कढ़िए न्यायियां दी पुस्तक बुक ऑफ जजिस ਉਹਦਾ ਚੈਪਟਰ 3 ਨਿਆਂਇਆਂ ਉਹਦੀ 3 ਅਧਿਆਇ ਕੱਢਾਂਗੇ ਆਪਾਂ। ਉਹਦੀ ਪਹਿਲੀ ਆਇਤ ਤੋਂ ਆਪਾਂ ਪੜ੍ਹਦੇ ਆ, ਬਲਕਿ ਆਪਾਂ ਜਿਹੜੀ ਚੈਪਟਰ 2 ਆ ਉਹਦਾ ਦੂਸਰਾ ਅਧਿਆਇ ਉਹਦੀ 20 ਆਇਤ ਤੋਂ ਪੜ੍ਹਦੇ, ਉਹਦੇ ਲਾਸਟ ਵਰਸਿਸ ਉਹ ਵੀ ਪੜ੍ਹਦੇ ਆ, ਔਰ ਉਸ ਤੋਂ ਬਾਅਦ ਚੈਪਟਰ 3 ਨੂੰ ਆਪਾਂ ਸਟਾਰਟਿੰਗ ਤੋਂ ਪੜਾਂਗੇ। ਨਿਆਂਇਆਂ 2 ਦੀ 20। ਤਾਂ ਯਹੋਵਾ ਦਾ ਕ੍ਰੋਧ ਇਸਰਾਈਲ ਉੱਤੇ ਫੇਰ ਭੜਕਿਆ ਅਤੇ ਉਸਨੇ ਆਖਿਆ, ਇਸ ਲਈ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ ਜੋ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ ਸੀ ਤੋੜ ਸੁੱਟਿਆ ਅਤੇ ਮੇਰੀ ਆਗਿਆ ਨਾ ਸੁਣੀ, ਤਾਂ ਮੈਂ ਵੀ ਹੁਣ ਉਹਨਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਯਹੋਸ਼ੂਆ ਛੱਡ ਕੇ ਮਰ ਗਿਆ ਸੀ ਕਿਸੇ ਨੂੰ ਵੀ ਉਹਨਾਂ ਦੇ ਅੱਗੋਂ ਨਾ ਕੱਢਾਂਗਾ, ਭਈ ਮੈਂ ਉਹਨਾਂ ਲੋਕਾਂ ਦੇ ਰਾਹੀਂ ਇਸਰਾਈਲ ਦਾ ਪਰਤਾਵਾ ਲਵਾਂ ਜੋ ਯਹੋਵਾ ਦੇ ਰਾਹ ਉੱਤੇ ਤੁਰਨ ਲਈ ਜ਼ਿਕਰ ਉਹਨਾਂ ਦੇ ਪਿਓ ਦਾਦੇ ਰਾਜੀ ਹੁੰਦੇ ਸਨ, ਉਹ ਰਾਜੀ ਹੋਣਗੇ ਜਾਂ ਨਹੀਂ। ਸੋ ਯਹੋਵਾ ਨੇ ਉਹਨਾਂ ਲੋਕਾਂ ਨੂੰ ਰਹਿਣ ਦਿੱਤਾ ਅਤੇ ਉਹਨਾਂ ਨੂੰ ਛੇਤੀ ਨਾਲ ਨਾ ਕੱਢਿਆ ਅਤੇ ਯਹੋਸ਼ੂਆ ਦੇ ਹੱਥ ਵਿੱਚ ਵੀ ਉਹਨਾਂ ਨੂੰ ਨਾ ਦਿੱਤਾ। ਚੈਪਟਰ 3 3 ਅਧਿਆਇ ਦੀ ਪਹਿਲੀ ਆਇਤ ਤੋਂ। ਇਹ ਉਹ ਕੌਮਾਂ ਹਨ ਜਿਨ੍ਹਾਂ ਨੂੰ ਯਹੋਵਾ ਨੇ ਰਹਿਣ ਦਿੱਤਾ, ਜੋ ਇਸਰਾਈਲ ਦਾ ਅਰਥਾਤ ਉਹਨਾਂ ਦਾ ਜਿਨ੍ਹਾਂ ਨੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਿਆ ਸੀ ਉਹਨਾਂ ਦੇ ਰਾਹੀਂ ਪਰਤਾਵਾ ਲਵੇ। ਨਿਰਾ ਇਸੇ ਲਈ ਜੋ ਇਸਰਾਈਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਅੱਗੇ ਲੜਾਈ ਦਾ ਵੱਲ ਨਹੀਂ ਸੀ ਆਉਂਦਾ ਉਹ ਸਿਖਾਵੇ। ਹਾਲੇਲੂਇਆ। ਮੈਂ ਇਸ 2 ਆਇਤ ਨੂੰ ਦੁਬਾਰਾ ਪੜਾਂਗਾ। ਨਿਰਾ ਇਸੇ ਲਈ ਜੋ ਇਸਰਾਈਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਅੱਗੇ ਲੜਾਈ ਦਾ ਵੱਲ ਨਹੀਂ ਆਉਂਦਾ ਸੀ ਉਹ ਸਿਖਾਵੇ, अर्थात फिलिस्तियां दे 5 सरदार अते सारे कनानी और सिदोनी और हिवी जेड़े लबानोन दे पहाड़ विच बाल हरमोन दे पहाड़ों लैके हमार दे लांगे तोड़ी वसदे सन। ये इसलिए रहे जो उन्हां दे राही इसराइल दा परतावा लिया जावे अते मालूम होवे जो ओ यहोवा दियां आग्यां नूं जो उन्हें मूसा दे राही उन्हां दे पिओ दादियां नूं आखियां सन सुनणगे या नहीं। आमीन। हालेलुया। ਆਪਾਂ ਵਰਡ ਦੇ ਵਿੱਚੋਂ ਪੜਿਆ ਕਿ ਜਦੋਂ ਪਰਮੇਸ਼ਵਰ ਨੇ ਯਹੋਸ਼ੂਆ ਦੇ ਦੁਆਰਾ ਇਸਰਾਈਲੀਆਂ ਨੂੰ ਕਨਾਨ ਦੇ ਵਿੱਚ ਪਹੁੰਚਾ ਦਿੱਤਾ, ਉਹਨਾਂ ਨੇ ਜਾ ਕੇ ਕਨਾਨ ਦੇ ਉੱਤੇ ਕਬਜ਼ਾ ਕਰ ਲਿਆ, ਤਾਂ ਬਾਈਬਲ ਦੱਸਦੀ ਆ ਕੁਝ ਐਨੀਮੀਜ਼, ਕੁਝ ਗੈਰ ਕੌਮਾਂ, ਕੁਝ ਫਿਲਿਸਤੀ ਲੋਕ, ਸਿਦੋਨੀ, ਹਿੱਵੀ, ਜਿਹੜੀਆਂ ਕੌਮਾਂ ਦੇ ਅਦਰ ਨੇਸ਼ਨਸ ਦੇ ਨਾਮ ਦਿੱਤੇ ਗਿਆ, परमेश्वर ने उन्होंने कुछ लोग उस जगह तो कनान दे विचों नहीं कड्डे, ना ही खत्म कीते, और बाइबल दसदी परमेश्वर ने यह जान बुझ के कीता। हालेलुया। परमेश्वर ने गैर कौमां दा, इजराइलियां दे एनीमीज दा, इजराइलियां दे विरोधियां दा या उन्हां दे एनीमीज दा उस जगह तो पूरी तरह सफाया नहीं किया, और बाइबल दसदी है परमेश्वर ने जान बुझ के किया। हालेलुया। ताकि परमेश्वर इस्राएलियां दा नंबर 1 परतावा ले सकन, क्योंकि परमेश्वर ने कहा सी तुसी गैर कौमां दे राह ते नहीं तुरना, उन्हां दे काम नहीं करने, उन्हां वांगू बुत प्रस्ती मूर्ति पूजा नहीं करनी। और बाइबल दसदी परमेश्वर ने कुछ बुत प्रस्त लोग, मूर्ति पूजक लोग उस जगह दे उत्ते रहन दिते, उन्हां दे विरोधी जिहड़े उन्हां दे अंगेस्ट खड़दे सी ਉਹ ਲੋਕ ਉੱਥੇ ਪਰਮੇਸ਼ਵਰ ਨੇ ਰਹਿਣ ਦਿੱਤੇ, ਇਸ ਲਈ ਕਿ ਪਰਮੇਸ਼ਵਰ ਜਾਣ ਸਕਣ ਕਿ ਇਹ ਲੋਕ ਮੇਰੀ ਆਗਿਆ ਨੂੰ ਮੰਨਦੇ ਆ ਜਾਂ ਨਹੀਂ ਮੰਨਦੇ। ਇਹ ਲੋਕ ਆਪਣਾ ਮਨ ਮੇਰੇ ਨਾਲ ਲਾ ਕੇ ਰੱਖਦੇ ਆ ਜਾਂ ਨਹੀਂ ਰੱਖਦੇ। ਸੈਕਿੰਡ ਬਾਈਬਲ 'ਚ ਲਿਖਿਆ 2 ਵਰਸ, ਜਿਹੜਾ ਚੈਪਟਰ 3 ਦੀ ਵਰਸ 2 3 ਅਧਿਆਇ ਦੀ 2 ਆਇਤ ਲਿਖਿਆ ਕਿ ਨਿਰਾ ਇਸੇ ਲਈ ਜੋ ਇਸਰਾਈਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੇ ਅੱਗੇ ਲੜਾਈ ਦਾ ਵੱਲ ਨਹੀਂ ਸੀ ਆਉਂਦਾ ਉਹ ਸਿਖਾਵੇ। ਮੀਨਸ ਕਿ ਕੁਝ ਚੈਲੰਜ, ਕੁਝ ਐਨੀਮੀਜ਼ ਪਰਮੇਸ਼ਰ ਨੇ ਇਸ ਲਈ ਵੀ ਛੱਡੇ ਤਾਂ ਕਿ ਅਗਲੀ ਪੀੜ੍ਹੀ ਜਿਹੜੀ ਇਜ਼ਰਾਈਲੀਆਂ ਦੀ ਕਨਾਨ ਦੇ ਵਿੱਚ ਐਂਟਰ ਹੋ ਗਈ ਸੀ। ਪੁਰਾਣੀ ਪੀੜ੍ਹੀ ਨੇ ਸਟਰਗਲ, ਲੜਾਈਆਂ ਦੇਖੀਆਂ ਸੀ, ਨਵੀਂ ਪੀੜ੍ਹੀ ਨੇ ਕੁਝ ਐਸਾ ਨਹੀਂ ਦੇਖਿਆ ਸੀ।
ਪਰਮੇਸ਼ਵਰ ਔਰ ਐਨੀਮੀਜ਼ ਦੇ ਦੁਆਰਾ ਉਹਨਾਂ ਇਸਰਾਏਲੀਆਂ ਨੂੰ ਸਿਖਾ ਸਕਣ ਕਿ ਲੜਾਈ ਕਿੱਦਾਂ ਲੜੀਦੀ ਆ, ਆਪਣੇ ਆਪ ਨੂੰ ਪ੍ਰੋਟੈਕਟ ਕਿੱਦਾਂ ਕਰੀਦਾ ਆ, ਆਪਣੇ ਆਪ ਨੂੰ ਸਾਮਰਥੀ ਬਲਵਾਨ ਕਿੱਦਾਂ ਬਣਾਈਦਾ ਆ। ਕਿਉਂਕਿ ਜਦੋਂ ਕਿਸੇ ਇੱਕ ਇਨਸਾਨ ਦੇ ਉੱਤੇ ਕੋਈ ਮੁਸੀਬਤ ਨਹੀਂ, ਉਹਨੂੰ ਕਿਸੇ ਚੀਜ਼ ਦੀ ਥੋੜ ਨਹੀਂ, ਤੇ ਉਹਦਾ ਜਲਦੀ ਈਜ਼ਲੀ ਛੇਤੀ ਕੀਤੇ ਪਰਮੇਸ਼ਵਰ ਦੇ ਵੱਲ ਵੀ ਧਿਆਨ ਨਹੀਂ ਜਾਂਦਾ, ਕਿਉਂਕਿ ਲਾਈਫ ਈਜ਼ੀ ਚੱਲ ਰਹੀ ਆ, ਸਭ ਕੁਝ ਸੈੱਟ ਵਾ। ਹਾਲੇਲੂਇਆ। ਇਹੀ ਰੀਜ਼ਨ ਆ ਅੱਜ ਉਹਨਾਂ ਕੰਟਰੀਜ਼ ਦੇ ਵਿੱਚ ਜਿੱਥੇ ਗਰੀਬੀ ਆ ਜਾਂ ਜਿੱਥੇ ਜ਼ਿਆਦਾ ਸਤਾਵ ਆ, ਜਿੱਥੇ ਜ਼ਿਆਦਾ ਸਟਰਗਲ ਆ, ਅਫਰੀਕਾ ਦੇ ਵਿੱਚ, ਹੁਣ ਤਾਂ ਇੰਡੀਆ ਦੇ ਵਿੱਚ ਵੀ ਆਪਾਂ ਕਹਿ ਸਕਦੇ ਆ, ਗਰੀਬ ਕੰਟਰੀਆਂ ਜਿੱਥੇ ਲੋਕ ਰੋਟੀ ਦੇ ਲਈ ਵੀ ਮੁਹਤਾਜ ਆ, ਉਹਨਾਂ ਕੰਟਰੀਆਂ ਦੇ ਵਿੱਚ ਜਿਹੜਾ ਜ਼ਿਆਦਾ ਰਿਵਾਈਵਲ ਆਇਆ ਆ। ਹਾਲੇਲੂਇਆ। ਉਹਨਾਂ ਲੋਕਾਂ ਨੇ ਸਿੱਖ ਲਿਆ, ਕਿਉਂਕਿ ਕੁਝ ਐਨੀਮੀਜ਼, ਕੁਝ ਚੀਜ਼ਾਂ ਉਸ ਜਗ੍ਹਾ ਤੇ ਹੈਗੀਆਂ ਆ ਜਿਹੜੀਆਂ ਉਹਨਾਂ ਨੂੰ ਟੀਚ ਕਰਦੀਆਂ, ਉਹਨਾਂ ਨੂੰ ਸਿਖਾਉਂਦੀਆਂ ਆ। ਹਾਲੇਲੂਇਆ। ਕਿ ਚੈਲੰਜ ਦੇ ਉੱਤੇ ਫਤਹ ਕਿੱਦਾਂ ਪਾਉਣੀ ਆ, ਗਰੀਬੀ ਦੇ ਉੱਤੇ ਫਤਹ ਕਿੱਦਾਂ ਪਾਉਣੀ ਆ, ਬਿਮਾਰੀ ਦੇ ਉੱਤੇ ਫਤਹ ਕਿੱਦਾਂ ਪਾਉਣੀ ਆ, ਵਿਰੋਧਤਾ ਸਤਾਵ ਨੂੰ ਕਿੱਦਾਂ ਸਹਿ ਕੇ ਅੱਗੇ ਵਧਣਾ ਆ। ਹਾਲੇਲੂਇਆ। ਫॉर एग्जांपल कोरोना वैक्सीन ਦੀ ਆਪਾਂ ਗੱਲ ਕਰਦੇ ਆ ਤੇ ਬਹੁਤ ਸਾਰੇ ਲੋਕ ਦਮਾਂਦਾ ਕਰ ਰਿਹਾ, ਸਵਾਲ ਕਰ ਰਿਹਾ, ਕੁਐਸਚਨ ਕਰ ਰਿਹਾ, ਖਾਸ ਕਰਕੇ ਇਟਲੀ ਦੇ ਵਿੱਚ ਹੀ, ਇਟਲੀ ਦੀ ਕਲੀਸਿਆ ਦੇ ਵਿੱਚੋਂ ਕਿ ਅਸੀਂ ਲਵਾਈਏ ਜਾਂ ਨਾ ਲਵਾਈਏ। ਮੈਂ ਤੁਹਾਨੂੰ ਹਜੇ ਡਾਇਰੈਕਟਲੀ ਸ਼ਾਰਟ ਦੱਸਾਂਗਾ ਕਿ ਤੁਸੀਂ ਵੈਕਸੀਨ ਲਵਾਵੋ। ਹਾਲੇਲੂਇਆ। ਤੁਹਾਨੂੰ ਵੈਕਸੀਨ ਲਵਾਉਣੀ ਚਾਹੀਦੀ ਆ। ਇਹਦਾ ਕੋਈ ਲਿੰਕ 666 ਦੇ ਚਿੰਨ੍ਹ ਦੇ ਨਾਲ ਨਹੀਂਗਾ, ਮਾਰਕ ਆਫ ਬੀਸਟ ਦੇ ਨਾਲ ਇਹਦਾ ਕੋਈ ਲਿੰਕ ਨਹੀਂਗਾ, ਨਾ ਹੀ ਇਹਦਾ ਕੁਝ ਗਲਤ ਮੈਡੀਸਨ ਅਸੀਂ ਲੈਂਦੇ ਆ। ਔਰ ਇਹਦੀ ਬਕਾਇਦਾ ਤੌਰ ਤੇ ਜਦੋਂ ਚਰਚ ਖੁੱਲੇਗਾ ਹੁਣ ਬਕਾਇਦਾ ਤੌਰ ਤੇ ਟੀਚ ਕੀਤਾ ਜਾਊਗਾ। ਔਰ ਇੱਕ ਲਾਸਟ ਗੱਲ, ਇੱਕ ਮਿਨਿਸਟਰੀ ਦੇ ਵਿੱਚ ਮੈਂ ਖੁਦ ਵੀ ਉਸ ਮਿਨਿਸਟਰੀ ਨੂੰ ਸੁਣਿਆ, ਉਹਨਾਂ ਨੇ ਇੱਕ ਬੈਂਗਲੌਰ ਤੱਕ ਡਾਕਟਰ ਨੂੰ ਇਨਵਾਈਟ ਕੀਤਾ ਸੀਗਾ ਇਸ ਚੀਜ਼ ਦੇ ਲਈ, ਅੱਛੇ ਤਰੀਕੇ ਦੇ ਨਾਲ ਟੀਚ ਕਰਨ ਦੇ ਲਈ। ਔਰ ਉਹ ਡਾਕਟਰ ਸਾਹਿਬ ਨੇ ਉਸ ਮਿਨਿਸਟਰੀ ਦੇ ਵਿੱਚ ਆ ਕੇ ਉਸ ਚੀਜ਼ ਨੂੰ ਅੱਛੇ ਤਰੀਕੇ ਦੇ ਨਾਲ ਬੈਂਗਲੌਰ ਦੇ ਵਿੱਚ ਬੈਪਟਿਸਟ ਹਸਪੀਟਲ, ਕੋਈ ਕ੍ਰਿਸਚੀਅਨ ਹਸਪੀਟਲ, ਉੱਥੇ ਦੇ ਜਿਹੜੇ ਸੀਨੀਅਰ ਡਾਕਟਰ ਉਹਨਾਂ ਨੇ ਆ ਕੇ ਉਸ ਚਰਚ ਦੇ ਵਿੱਚ, ਉਸ ਮਿਨਿਸਟਰੀ ਦੇ ਵਿੱਚ ਐਕਸਪਲੇਨ ਕੀਤਾ। ਔਰ ਮੈਂ ਜਿੰਨੇ ਚਰਚ ਮੈਂਬਰਸ ਆ, ਮੈਂ ਕੁਝ ਲੋਕਾਂ ਨੂੰ ਭੇਜ ਵੀ ਚੁੱਕਿਆ ਮੈਂ ਉਹ ਵੀਡੀਓ, ਔਰ ਤੁਸੀਂ ਪਾਸ ਕਰ ਦੇਣੀ ਜਿਨ੍ਹਾਂ ਦੇ ਕੋਲ ਉਹ ਵੀਡੀਓ ਆ ਗਈ ਆ, ਔਰ ਕੁਝ ਲੋਕਾਂ ਨੂੰ ਮੈਂ ਹੋਰ ਪਾਸ ਕਰ ਦਵਾਂਗਾ, ਔਰ ਬਕਾਇਦਾ ਆਪਾਂ ਇਸ ਚੀਜ਼ ਦੇ ਉੱਤੇ ਵੀ ਸਿੱਖਾਂਗੇ। ਹਾਲੇਲੂਇਆ। ਔਰ ਤੁਹਾਨੂੰ ਵੈਕਸੀਨ ਲੈਣੀ ਚਾਹੀਦੀ ਆ। ਇਹਦਾ 666 ਦੇ ਨਾਲ ਕੋਈ ਲਿੰਕ ਨਹੀਂਗਾ, ਇਹਦਾ ਕੋਈ ਨੁਕਸਾਨ ਨਹੀਂਗਾ। ਅਸੀਂ ਇਹਨੂੰ ਲੈਣੇ ਆ, ਅਸੀਂ ਬਾਈਬਲ ਦੇ ਅਗੇਂਸਟ ਨਹੀਂ ਜਾਂਦੇ, ਔਰ ਇਹਦੀ ਡੀਟੇਲ ਦੇ ਵਿੱਚ ਆਪਾਂ ਫਿਰ ਚੱਲਾਂਗੇ। ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਵੈਕਸੀਨ ਦੇ ਵਿੱਚ, ਕੋਰੋਨਾ ਵੈਕਸੀਨ ਜਿਹੜੀ ਲਗਾਈ ਜਾਂਦੀ ਆ, ਉਹਦੇ ਵਿੱਚ ਕੁਝ ਪਰਸੈਂਟੇਜ ਕੋਰੋਨਾ ਵਾਇਰਸ ਪਾਇਆ ਜਾਂਦਾ, ਉਹ ਕੋਰੋਨਾ ਵਾਇਰਸ ਦੇ ਦੁਆਰਾ ਤਿਆਰ ਹੁੰਦੀ ਆ ਉਹ ਵੈਕਸੀਨ। ਹਾਲੇਲੂਇਆ। ਉਹ ਵਾਇਰਸ ਕੀ ਕਰਦਾ ਆ, ਉਹ ਵਾਇਰਸ ਤੁਹਾਡੀ ਬੋਡੀ ਦੇ ਵਿੱਚ ਜਾ ਕੇ, ਉਹ ਕੋਰੋਨਾ ਵਾਇਰਸ ਜੋ ਵੈਕਸੀਨ ਲੈਂਦੇ ਹੋ, ਵੈਕਸੀਨ ਦੇ ਦੁਆਰਾ ਤੁਹਾਡੀ ਬੋਡੀ 'ਚ ਐਂਟਰ ਕਰਦਾ ਕੁਝ ਪਰਸੈਂਟੇਜ, ਔਰ ਤੁਹਾਡੇ ਸੈਲਸ ਨੂੰ ਟੀਚ ਕਰਦਾ ਆ ਕਿ ਉਸ ਵਾਇਰਸ ਦੇ ਨਾਲ ਤੁਹਾਡੀ ਬੋਡੀ ਨੇ ਕਿੱਦਾਂ ਲੜਨਾ। ਹਾਲੇਲੂਇਆ। ਉਸ ਵੈਕਸੀਨ ਦਾ, ਉਸ ਕੋਰੋਨਾ ਵਾਇਰਸ ਜਿਹੜਾ ਤੁਹਾਡੀ ਬੋਡੀ 'ਚ ਇੰਜੈਕਟ ਕੀਤਾ ਜਾਂਦਾ ਵੈਕਸੀਨ ਦੇ ਦੁਆਰਾ ਕੁਝ ਪਰਸੈਂਟੇਜ, ਉਹਦਾ ਕੰਮ ਇਹ ਆ ਕਿ ਤੁਹਾਡੀ ਬੋਡੀ ਨੂੰ ਜਾ ਕੇ ਸੈਲਸ ਨੂੰ ਟੀਚ ਕਰੇ ਕਿ ਉਹਨੇ, ਤੁਹਾਡੀ ਬੋਡੀ ਨੇ ਉਸ ਵਾਇਰਸ ਦੇ ਨਾਲ ਕਿੱਦਾਂ ਲੜਨਾ ਆ। ਮੀਨਸ ਕਿ ਉਹ ਜਿਹੜਾ ਕੁਝ ਪਰਸੈਂਟਾ ਟੀਚ ਕਰਨ ਦੇ ਲਈ ਇੰਜੈਕਟ ਕੀਤਾ ਜਾਂਦਾ ਹੈ। ਹਾਲੇਲੂਇਆ। ਪਰਮੇਸ਼ਵਰ ਨੇ ਕੁਝ ਐਨੀਮੀਜ਼, ਕੁਝ परिस्थितियां, कुछ हालात इजराइलिया दी लाइफ उदा नहीं छड़ दिते। नंबर एक, परमेश्वर जान सकन, परतावा ले सकन कि ये लोग मेरे नाल बने रहंदे आ, जुड़े रहंदे आ या नहीं। सेकंड, परमेश्वर टीच कर सके आने वाली पीढ़ी नूं भी कि एनिमीज दे नाल किद्दां सामना करना, अपने आप नूं किद्दां प्रोटेक्ट करना है। हालेलुया। मेरे भैणों भाइयों, कुछ चीज़ां परमेश्वर तारी लाइफ दे विचों जान बुझ के, कुछ चैलेंज, वो बीमारी हो सकती है, कर्जा हो सकता,
ਉਹ ਕੁਝ ਵੀ ਹੋ ਸਕਦਾ ਤੁਹਾਡਾ ਚੈਲੰਜ, ਪਰਮੇਸ਼ਵਰ ਜਾਣ ਬੁੱਝ ਕੇ ਤੁਹਾਡੀ ਲਾਈਫ ਚੋਂ ਉਹਨੂੰ ਨਹੀਂ ਕੱਢਦੇ। ਫੋਰ ਐਗਜ਼ਾਮਪਲ, ਕੋਈ ਇਦਾਂ ਦਾ ਹੋ ਸਕਦਾ ਉਹ ਬਿਮਾਰੀ ਦੇ ਵਿੱਚ ਆ ਜਾਂ ਪਰੇਸ਼ਾਨੀ ਦੇ ਵਿੱਚ ਆ, ਉਹ ਪ੍ਰੇਅਰ ਕਰ ਰਿਹਾ, ਪ੍ਰੇਅਰ ਕਰਦਾ, ਉਹ ਬਿਮਾਰੀ ਜਾਂ ਉਹ ਕਰਜ਼ਾ ਜਾਂ ਉਹ ਚੀਜ਼ ਜਿਹੜੀ ਵੀ ਪ੍ਰੋਬਲਮ ਆ, ਉਹ ਉਹਦੀ ਪ੍ਰੇਅਰ ਨੂੰ ਇਸ ਲੈਵਲ ਤੱਕ ਲੈ ਜਾਂਦੀ ਆ ਕਿ ਉਹਨੂੰ ਇੱਕ ਪ੍ਰੇਅਰ ਵਾਰੀਅਰ ਬਣਾ ਦਿੰਦੀ ਆ, ਪ੍ਰਾਰਥਨਾ ਯੋਧਾ ਬਣਾ ਦਿੰਦੀ ਆ। ਹਾਲੇਲੂਇਆ, ਹਾਲੇਲੂਇਆ। ਸੋ ਮੀਨਸ ਅਗਰ ਉਹ ਬਿਮਾਰੀ ਜਾਂ ਉਹ ਪ੍ਰੋਬਲਮ ਨਾ ਹੋਵੇ, ਮੀਨਸ ਕਿ ਉਹਦੀ ਹੋ ਸਕਦਾ ਉਹਦੀ ਕਦੇ ਵੀ ਪ੍ਰੇਅਰ ਲਾਈਫ ਉਸ ਲੈਵਲ ਤੱਕ ਨਾ ਜਾਂਦੀ। ਪਰਮੇਸ਼ਵਰ ਸਾਡੀ ਲਾਈਫ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਛੱਡ ਦਿੰਦੇ ਆ, ਔਰ ਜਾਣ ਬੁੱਝ ਕੇ ਛੱਡ ਦਿੰਦੇ ਆ ਤਾਂ ਕਿ ਉਹ ਸਾਨੂੰ ਟੀਚ ਕਰ ਸਕਣ ਔਰ ਇਹ ਜਾਣ ਸਕਣ ਕਿ ਅਸੀਂ ਉਸ ਚੈਲੰਜ ਦੇ ਹੁੰਦੇ ਆ, ਉਸ ਪਰੇਸ਼ਾਨੀ ਦੇ ਹੁੰਦੇ ਆ, ਪਰਮੇਸ਼ਵਰ ਦੇ ਨਾਲ ਕੀ ਬਿਹੇਵ ਕਰਦੇ ਆ, ਪਰਮੇਸ਼ਵਰ ਦੇ ਨਾਲ ਕਿੱਦਾਂ ਵਾਕ ਕਰਦੇ ਆ, ਪਰਮੇਸ਼ਵਰ ਦੀ ਕਿੱਦਾਂ ਆਰਾਧਨਾ ਕਰਦੇ ਆ ਜਾਂ ਨਹੀਂ ਕਰਦੇ। ਹਾਲੇਲੂਇਆ, ਹਾਲੇਲੂਇਆ। ਬਾਈਬਲ ਦੱਸਦੀ ਆ ਕਿ ਜਦੋਂ ਇਜ਼ਰਾਈਲੀਆਂ ਦੇ ਉੱਤੇ ਬਵਾ ਭੇਜਿਆ, ਉਹ ਪਰਮੇਸ਼ਵਰ ਨੇ ਮਿਸਰ ਦੇ ਉੱਤੇ ਬਵਾ ਭੇਜੀਆਂ, 10 ਬਵਾ ਉਹ ਪਰਮੇਸ਼ਵਰ ਨੇ ਭੇਜੀਆਂ। ਜਦੋਂ ਹੀ ਮੂਸਾ ਤੇ ਹਾਰੂਨ ਫਿਰੌਨ ਦੇ ਨਾਲ ਗੱਲ ਕਰਦੇ ਸੀ ਕਿ ਸਾਨੂੰ ਜਾਣ ਦੇ ਇਸ ਗੁਲਾਮੀ ਚੋਂ ਨਿਕਲਣ ਦੇ, ਬਾਈਬਲ ਦੱਸਦੀ ਫਿਰੌਨ ਮੰਨ ਜਾਂਦਾ ਸੀ। ਲੇਕਿਨ ਜਿੱਦਾਂ ਇਜ਼ਰਾਈਲੀ ਤਿਆਰੀ ਕਰਦੇ ਸੀ, ਬਾਈਬਲ ਦੱਸਦੀ ਆ ਕਿ ਪਰਮੇਸ਼ਵਰ ਫਿਰੌਨ ਦੇ ਮਨ ਨੂੰ ਕਠੋਰ ਕਰ ਦਿੰਦੇ ਸੀ ਔਰ ਉਹ ਫਿਰ ਉਹਨਾਂ ਨੂੰ ਜਾਣ ਨਹੀਂ ਸੀ ਦਿੰਦਾ। ਹਾਲੇਲੂਇਆ, ਹਾਲੇਲੂਇਆ। ਸੋ ਉਹ ਰੁਕਾਵਟ ਇਜ਼ਰਾਈਲੀਆਂ ਦੀਆਂ ਰੁਕਣਾ, ਇਜ਼ਰਾਈਲੀਆਂ ਨੂੰ ਨਾ ਜਾਣ ਦੇਣਾ, ਫਿਰੌਨ ਦਾ ਮਨ ਕਠੋਰ ਹੋਣਾ ਕਿਹਦੇ ਵੱਲੋਂ ਸੀ? ਪਰਮੇਸ਼ਵਰ ਦੇ ਵੱਲੋਂ। ਹਾਲੇਲੂਇਆ, ਤਾਂ ਕਿ ਪਰਮੇਸ਼ਵਰ ਆਪਣੀ ਸਾਮਰਥ, ਆਪਣੇ ਫਤਿਹਮੰਦ ਸੱਜੇ ਹੱਥ ਦਾ ਜਲਾਲ ਦਿਖਾ ਸਕਣ। ਹਾਲੇਲੂਇਆ, ਉਹ ਦਿਖਾ ਸਕਣ ਕਿ ਅਗਰ ਫਿਰੌਨ ਚਾਹੇ, ਇਜ਼ਰਾਈਲੀ ਫਿਰੌਨ ਦੀ ਮਰਜ਼ੀ ਦੇ ਨਾਲ ਗੁਲਾਮੀ ਚੋਂ ਨਹੀਂ ਨਿਕਲਣਗੇ, ਇਜ਼ਰਾਈਲੀ ਮੇਰੀ ਮਰਜ਼ੀ ਦੇ ਨਾਲ ਗੁਲਾਮੀ ਦੇ ਵਿੱਚੋਂ ਨਿਕਲਣਗੇ। ਹਾਲੇਲੂਇਆ, ਹਾਲੇਲੂਇਆ। ਬਹੁਤ ਵਾਰੀ ਕਹਿੰਦੇ ਕਿ ਮੇਰੇ ਘਰ ਦਾ এনवायरमेंट ਨਹੀਂ ਸੀ, ਮੇਰੀ ਤਾਂ ਪ੍ਰੇਅਰ ਲਾਈਫ ਨਹੀਂ ਬਣਦੀ, ਮੇਰੇ ਕੰਮ ਦਾ এনवायरमेंट ਨਹੀਂ ਸਹੀ, ਮੇਰੇ ਕੋਲੀਗ ਜਾਂ ਮੇਰੇ ਸਾਥੀ ਜਿੱਥੇ ਮੈਂ ਕੰਮ ਕਰਦਾ, ਮੈਂ ਕਿੱਥੇ ਸਟੱਡੀ ਕਰਦਾ, ਕਿੱਥੇ ਮੈਂ ਸਕੂਲ ਜਾਣਾ, ਕਿੱਥੇ ਮੈਂ ਕੋਰਸ ਕਰਦਾ, ਜਿੱਥੇ ਮੈਂ ਸਟੇਜ ਕਰਦਾ, ਉੱਥੇ ਦੇ ਲੋਕ ਨਹੀਂ ਸਹੀ, ਇਸ ਕਰਕੇ ਮੇਰੇ ਕੋਲ ਵੀ ਮਸੀਹ ਚੱਲ ਨਹੀਂ ਹੁੰਦਾ। ਯਾਦ ਰੱਖੀਏ, ਹੋ ਸਕਦਾ ਪਰਮੇਸ਼ਵਰ ਜਾਣ ਬੁੱਝ ਕੇ ਹੀ ਉਸ এনवायरमेंट ਨੂੰ ਨਾ ਸੈੱਟ ਕਰ ਰਹੇ ਹੋਣ, ਤੁਹਾਨੂੰ ਟੀਚ ਕਰ ਸਕਣ ਔਰ ਤੁਹਾਡਾ ਪਰਤਾਵਾ ਲੈ ਸਕਣ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਸਿਖਾ ਸਕਣ ਆਉਣ ਵਾਲੀ ਪੀੜ੍ਹੀ ਨੂੰ, ਜਿਨ੍ਹਾਂ ਨੇ ਰਸਤੇ ਦੀਆਂ ਲੜਾਈਆਂ, ਸਫ਼ਰ ਨਹੀਂ ਸੀ ਦੇਖਿਆ ਜਦੋਂ ਇਜ਼ਰਾਈਲੀ ਗੁਲਾਮੀ ਚੋਂ ਛੁੱਟ ਕੇ ਕਨਾਨ ਦੇ ਵਿੱਚ ਆ ਰਹੇ ਸੀ। ਅਜ਼ੀਜ਼ੋ, ਪਰਮੇਸ਼ਵਰ ਦੇ ਕੰਮ ਕਰਨ ਦੇ ਤਰੀਕੇ ਵੱਖਰੇ ਆ। ਉਹਨਾਂ ਕੰਟਰੀ ਵਿੱਚ ਜ਼ਿਆਦਾ ਰਿਵਾਈਵਲ ਆ, ਉਹਨਾਂ ਪਰਿਵਾਰਾਂ ਵਿੱਚ ਜ਼ਿਆਦਾ ਰਿਵਾਈਵਲ ਆ ਜਿਨ੍ਹਾਂ ਨੇ ਜ਼ਿਆਦਾ ਪ੍ਰੋਬਲਮ ਔਰ ਜ਼ਿਆਦਾ ਸਟਰਗਲ ਦੇਖਿਆ ਵਾ। ਉਹਨਾਂ ਕੰਟਰੀਆਂ ਜਿੱਥੇ ਭੁੱਖਮਰੀ ਆ, ਜਿੱਥੇ ਗਰੀਬੀ ਦੇ ਨਾਲ ਲੋਕ ਸਟਰਗਲ ਕਰ ਰਹੇ ਆ, ਰੋਟੀ ਦਾ ਮੁਹਤਾਜ ਆ, ਉੱਥੇ ਅਗਰ ਤੁਸੀਂ ਗੌਰ ਕਰਕੇ ਦੇਖੋ, ਉਸ ਜਗ੍ਹਾ ਤੇ ਅੱਜ ਜਿਹੜਾ ਆਤਮਾ ਦਾ ਜ਼ਿਆਦਾ ਰਿਵਾਈਵਲ ਆਇਆ ਹੋਇਆ ਹੈ। ਹਾਲੇਲੂਇਆ, ਹਾਲੇਲੂਇਆ। ਔਰ ਇਹ ਕੰਟਰੀਆਂ ਦੇ ਵਿੱਚ ਅਜੇ ਤੱਕ ਕਿਉਂ ਠੰਡਾ ਵਾ ਕੰਮ? ਕਿਉਂਕਿ ਸਭ ਕੁਝ ਲਾਈਫ ਈਜ਼ੀ ਆ। ਲਾਕਡਾਊਨ ਹੋਇਆ ਤਾਂ ਵੀ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਖਵਾਉਣਾ। ਇਹੀ ਰੀਜ਼ਨ ਆ ਕਿ ਲੋਕਾਂ ਨੂੰ ਜ਼ਰੂਰਤ ਨਹੀਂ ਮਹਿਸੂਸ ਹੋ ਰਹੀ ਕਿ ਖੁਦਾ ਦੀ ਵੀ ਕੋਈ ਜ਼ਰੂਰਤ ਹੈਗੀ ਆ। ਅਫਰੀਕਾ ਦੇ ਵਿੱਚ ਇੱਕ ਖੁਦਾ ਦੇ ਖਾਦਮ ਦੇ ਨਾਲ ਜਦੋਂ ਸਾਡੀ ਗੱਲ ਹੋਈ ਸੀ ਬੈਠ ਕੇ, ਉਹਨਾਂ ਨੇ ਦੱਸਿਆ ਸੀਗਾ ਕਿ ਜਦੋਂ ਅਸੀਂ ਜਾਦੂ ਟੋਣਾ ਇਸ ਲੈਵਲ ਤੱਕ ਉੱਥੇ, ਅਗਰ ਤੁਸੀਂ ਕਿਸੇ ਦੁਕਾਨ ਤੇ ਜਾ ਕੇ ਕੋਈ ਚੀਜ਼ ਖਰੀਦਦੇ ਆ, ਤੁਸੀਂ ਫॉर ਐਗਜ਼ਾਮਪਲ 100 ਦਾ ਨੋਟ ਦਿੱਤਾ, 50 ਦੀ ਚੀਜ਼ ਲਈ ਆ, ਉਹਨੇ ਤੁਹਾਡਾ 100 ਲੈ ਕੇ 50 ਕੱਟ ਕੇ ਤੁਹਾਨੂੰ ਆਪਣੇ ਗੱਲੇ ਚੋਂ ਕੱਢ ਕੇ 50 ਵਾਪਸ ਦਿੱਤੇ ਆ। ਲੇਕਿਨ ਉਹ ਜਿਹੜੇ ਵਾਪਸ 50 ਦਿੱਤੇ ਆ, ਉਹਦੇ ਉੱਤੇ ਐਸੇ ਜਾਦੂ ਮੰਤਰ, ਐਸੇ ਜਾਦੂ ਟੋਣੇ ਕੀਤੇ ਗਏ ਕਿ ਉਹਨੇ ਤੁਹਾਡੇ ਸਾਰੇ ਫਾਈਨਾਂਸ ਨੂੰ ਖਤਮ ਕਰ ਦੇਣਾ। ਉੱਥੇ ਦੇ ਲੋਕਾਂ ਨੂੰ ਪਤਾ ਵਾ ਕਿ ਅਗਰ ਅਸੀਂ ਪ੍ਰੋਟੈਕਟ ਰਹਿਣਾ ਆ ਤੇ ਸਾਨੂੰ ਪ੍ਰੇਅਰ ਦੇ ਵਿੱਚ ਰਹਿਣ ਦੀ ਲੋੜ ਆ, ਖੁਦਾ ਦੇ ਨਾਲ ਜੁੜੇ ਰਹਿਣ ਦੀ ਲੋੜ ਆ। ਹਾਲੇਲੂਇਆ, ਯਾਦ ਰੱਖੋ, ਅਗਰ ਤੁਹਾਡੀ ਲਾਈਫ ਪ੍ਰੋਬਲਮ ਆ, ਕੋਈ ਚੈਲੰਜ ਆ, ਉਹ ਤੁਹਾਨੂੰ ਪਰਮੇਸ਼ਵਰ ਦੇ ਨਜ਼ਦੀਕ ਲੈ ਕੇ ਜਾਂਦਾ ਆ। ਉਹ ਤੁਹਾਨੂੰ ਸਿਖਾਉਂਦਾ ਆ ਕਿ ਪਰਮੇਸ਼ਵਰ ਦੇ ਨਜ਼ਦੀਕ ਕਿੱਦਾਂ ਜਾਈਦਾ ਆ। ਉਹ ਤੁਹਾਨੂੰ ਸਿਖਾਉਂਦਾ ਆ ਕਿ ਆਪਣੇ ਆਪ ਨੂੰ ਸਪਿਰਿਚੁਅਲੀ, ਫਿਜ਼ੀਕਲੀ ਕਿੱਦਾਂ ਪ੍ਰੋਟੈਕਟ ਰੱਖਣਾ ਆ। ਹਾਲੇਲੂਇਆ, ਹਾਲੇਲੂਇਆ। ਸੋ ਇਸ ਕਰਕੇ ਅੱਜ ਜਿਹੜੀ ਪ੍ਰੋਬਲਮ ਵੀ ਤੁਹਾਡੀ ਲਾਈਫ ਦੇ ਵਿੱਚ ਆ, ਬਜਾਏ ਉਸ ਪ੍ਰੋਬਲਮ ਨੂੰ ਜਿਹੜਾ ਤੁਹਾਡਾ ਦੇਖਣ ਦਾ ਨਜ਼ਰੀਆ ਆ
ਉਹ ਕੀ ਆ। ਹਾਲੇਲੂਇਆ। ਯਾਦ ਰੱਖੋ, ਹੋ ਸਕਦਾ ਪਰਮੇਸ਼ਰ ਜਾਣ ਬੁੱਝ ਕੇ ਉਸ ਚੀਜ਼ ਨੂੰ ਤੁਹਾਡੀ ਲਾਈਫ ਚੋਂ ਖਤਮ ਨਹੀਂ ਕਰ ਰਹੇ। ਪਰਮੇਸ਼ਰ ਤੁਹਾਨੂੰ ਸਿਖਾ ਸਕਣ, ਪਰਮੇਸ਼ਰ ਤੁਹਾਨੂੰ ਬਲਵਾਨ ਬਣਾ ਸਕਣ, ਪਰਮੇਸ਼ਰ ਤੁਹਾਨੂੰ ਸਿਖਾ ਸਕਣ ਚੀਜ਼ਾਂ ਨੂੰ ਹੈਂਡਲ ਕਿੱਦਾਂ ਕਰੀਦਾ। ਪਰਮੇਸ਼ਰ ਤੁਹਾਨੂੰ ਸਿਖਾ ਸਕਣ ਫੈਮਲੀਜ਼ ਨੂੰ ਹੈਂਡਲ ਕਿੱਦਾਂ ਕਰੀਦਾ ਆ। ਹਾਲੇਲੂਇਆ। ਹਾਲੇਲੂਇਆ। ਅੱਜ ਆਪਣੀ ਪ੍ਰੋਬਲਮ ਦੇ ਅੱਗੇ ਝੁਕਣਾ ਨਹੀਂ ਆ, ਉਹਨੂੰ ਦੇਖ ਕੇ ਕੰਫਿਊਜ਼ ਨਹੀਂ ਹੋਣਾ, ਬਲਕਿ ਇਹਦੇ ਵਰਡ ਤੇ ਮੈਡੀਟੇਟ ਕਰਨਾ। ਪਰਮੇਸ਼ਰ ਤੁਹਾਨੂੰ ਸਿਖਾਉਣਾ ਚਾਹ ਰਿਹਾ ਆ, ਪਰਮੇਸ਼ਰ ਤੁਹਾਨੂੰ ਬਲਵਾਨ ਬਣਾਉਣਾ ਚਾਹ ਰਿਹਾ ਆ, ਪਰਮੇਸ਼ਰ ਤੁਹਾਨੂੰ ਟ੍ਰੇਨ ਕਰਨਾ ਚਾਹ ਰਿਹਾ ਆ, ਪਰਮੇਸ਼ਰ ਤੁਹਾਨੂੰ ਐਸਾ ਟੀਚ ਕਰਨਾ ਚਾਹ ਰਿਹਾ ਆ। ਹਾਲੇਲੂਇਆ। ਹਾਲੇਲੂਇਆ। ਤੁਹਾਨੂੰ ਸਿਖਾ ਸਕਣ। ਥੈਂਕ ਯੂ ਜੀਸਸ। ਹਾਲੇਲੂਇਆ। 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 धन्यवाद यीशु, प्रेज जीसस। अजीजों, अगर इजराइलियां दे भी ਉਹ ਜਿਹੜੇ ਕੌਮਾਂ ਛੱਡੀਆਂ ਪਰਮੇਸ਼ਰ ਨੂੰ ਜਾਣ ਬੁੱਝ ਕੇ, ਪਰਮੇਸ਼ਰ ਸਾਰਾ ਹੀ ਖਤਮ ਕਰ ਦਿੰਦੇ ਆ ਨਾ, ਸਾਰੇ ਐਨਮੀਜ਼ ਖਤਮ ਆ। ਕਨਾਨ ਦੇਸ਼ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ, ਹੁਣ ਖੁਦਾ ਦਾ ਕੋਈ ਚੇਤਾ ਨਹੀਂ ਸੀ ਰਹਿਣਾ। ਤੁਹਾਡੀ ਲਾਈਫ 'ਚ ਵੀ ਸਾਰੀਆਂ ਪ੍ਰੋਬਲਮਸ ਖਤਮ ਹੋ ਜਾਣਾ ਨਾ, ਬਹੁਤ ਜ਼ਿਆਦਾ ਚਾਂਸਸ ਆ ਤੁਹਾਨੂੰ ਖੁਦਾ ਦਾ ਵੀ ਚੇਤਾ ਨਹੀਂ ਰਹਿਣਾ। ਉਸ ਬਿਮਾਰੀ ਤੋਂ, ਉਸ ਪਰੇਸ਼ਾਨੀ ਤੋਂ ਘਬਰਾਈਏ ਨਾ ਜਿਹੜੀ ਤੁਹਾਨੂੰ ਪਰਮੇਸ਼ਵਰ ਦੇ ਨਾਲ ਜੋੜੀ ਰੱਖਦੀ ਆ। ਹਾਲੇਲੂਇਆ। 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 ਲੇਕਿਨ ਇੰਪੋਰਟੈਂਟ ਇਹ ਆ ਪਰਮੇਸ਼ਵਰ ਨੂੰ ਟੀਚ ਕਰਨ ਦੇ ਲਈ ਐਨੀਮੀਜ਼ ਨੂੰ ਰੱਖਿਆ, ਉਹਨਾਂ ਨੂੰ ਟੈਸਟ ਕਰਨ ਦੇ ਲਈ ਐਨੀਮੀਜ਼ ਨੂੰ ਉਸ ਜਗ੍ਹਾ ਤੇ ਰੱਖਿਆ। ਹਾਲੇਲੂਇਆ। ਲੇਕਿਨ ਕੋਈ ਐਨੀਮੀਜ਼ ਉਹਨਾਂ ਦੇ ਅਗੇਂਸਟ ਪ੍ਰੋਸਪਰ ਨਹੀਂ ਹੋ ਸਕਦਾ। ਹਾਲੇਲੂਇਆ। ਤੁਹਾਡੀ ਲਾਈਫ ਚੈਲੰਜ ਹੋ ਸਕਦਾ ਹੈ, ਪਰਮੇਸ਼ਵਰ ਨੇ ਰੱਖਿਆ। ਬਿਮਾਰੀ ਹੋ ਸਕਦੀ, ਕੁਝ ਵੀ ਕਰਜ਼ਾ ਹੋ ਸਕਦਾ, ਪਰਮੇਸ਼ਵਰ ਨੂੰ ਟੀਚ ਕਰਨ ਦੇ ਲਈ ਰੱਖਿਆ ਹੋ ਸਕਦਾ, ਤੁਹਾਨੂੰ ਸਿਖਾਉਣ ਦੇ ਲਈ ਕੁਝ ਰੱਖਿਆ ਹੋ ਸਕਦਾ। ਲੇਕਿਨ ਯਾਦ ਰੱਖੀਏ, ਉਹ ਬਿਮਾਰੀ, ਉਹ ਕਰਜ਼ਾ, ਉਹ ਪ੍ਰੋਬਲਮ ਤੁਹਾਡੇ ਅਗੇਂਸਟ ਪ੍ਰੋਸਪਰ ਨਹੀਂ ਹੋ ਸਕਦੀ, ਕਿਉਂਕਿ ਤੁਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿੱਤੇ ਹੋਏ ਆ। ਹਾਲੇਲੂਇਆ। ਤੁਸੀਂ ਵਿਕਟਰੀ ਪਾਏ ਹੋਏ ਲੋਕ ਆ। ਹਾਲੇਲੂਇਆ। ਹਾਲੇਲੂਇਆ। ਉਹ ਕਹਿੰਦਾ ਮੈਂ ਤੈਨੂੰ ਚੁਣਿਆ ਤੇ ਠਹਿਰਾਇਆ ਤਾਂ ਕਿ ਤੂੰ ਫਲ ਲੈ ਕੇ ਆਵੇਂ। ਹਾਲੇਲੂਇਆ। ਤੁਸੀਂ ਕੀ ਕਰਨਾ? ਸਿਰਫ ਪਰਮੇਸ਼ਵਰ ਦੇ ਨਾਲ ਜੁੜੇ ਰਹਿਣਾ ਹੈ, ਪਰਮੇਸ਼ਵਰ ਦੇ ਵਿੱਚ ਬਣੀ ਰਹਿਣਾ ਹੈ, ਪਰਮੇਸ਼ਵਰ ਦੀ ਆਰਾਧਨਾ ਕਰਦੇ ਰਹਿਣਾ ਹੈ, ਉਹਦੇ ਨਾਮ ਨੂੰ ਮਹਿਮਾ ਦਿੰਦੇ ਰਹਿਣਾ ਹੈ। ਹਾਲੇਲੂਇਆ। ਅੱਜ ਦਾ ਵਚਨ ਤੁਹਾਡੀ ਲਾਈਫ ਵਿੱਚ 100 ਗੁਣਾ ਫਲ ਲੈ ਕੇ ਆਵੇ। ਮੈਂ ਬਿਲੀਵ ਕਰਦਾ ਕਿ ਤੁਸੀਂ ਰਿਸੀਵ ਕੀਤਾ ਹੋਵੇਗਾ ਇਹਦੇ ਵਰਡ ਨੂੰ। ਕੁਝ ਐਨੀਮੀਜ਼ ਪਰਮੇਸ਼ਰ ਨੇ ਜਾਣ ਕੇ ਨਹੀਂ ਕੱਢੇ, ਕੁਝ ਪ੍ਰੋਬਲਮਾਂ ਪਰਮੇਸ਼ਰ ਨੇ ਜਾਣ ਕੇ ਖਤਮ ਨਹੀਂ ਕੀਤੀਆਂ। ਨੰਬਰ 1 ਟੈਸਟ ਲੈ ਸਕਣ, ਸੈਕਿੰਡ ਟੀਚ ਕਰ ਸਕਣ। ਕੁਝ ਚੀਜ਼ਾਂ ਪਰਮੇਸ਼ਰ ਤੁਹਾਡੀ ਲਾਈਫ 'ਚ ਵੀ ਛੱਡਦੇ ਆ, ਤੁਹਾਨੂੰ ਚੈੱਕ ਕਰਨ ਦੇ ਲਈ ਔਰ ਤੁਹਾਨੂੰ ਟੀਚ ਕਰਨ ਦੇ ਲਈ। ਆਮੀਨ। ਹਾਲੇਲੂਇਆ। ਔਰ ਮੇਰੀ ਪ੍ਰਾਰਥਨਾ ਵਾ ਪਰਮੇਸ਼ਰ ਜਦ ਤੁਹਾਨੂੰ ਚੈੱਕ ਕਰਨ ਤੁਸੀਂ ਪਾਸ ਹੋਵੋ ਯਿਸੂ ਮਸੀਹ ਦੇ ਨਾਮ 'ਚ। ਉਹ ਜਦ ਤੁਹਾਨੂੰ ਪਰਮੇਸ਼ਰ ਤੁਹਾਨੂੰ ਟੀਚ ਕਰੇ, ਤੁਸੀਂ ਉਸ ਟੀਚਿੰਗ ਨੂੰ, ਉਸ ਸਿੱਖਿਆ ਨੂੰ ਲੈ ਸਕੋ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਆਮੀਨ। ਕਿਉਂਕਿ ਟੀਚ ਕਿਉਂ ਕੀਤਾ ਜਾਂਦਾ? ਤਾਂ ਕਿ ਤੁਹਾਨੂੰ ਅੱਗੇ ਲਿਜਾਇਆ ਜਾ ਸਕੇ। ਯਾਦ ਰੱਖੋ, ਪਰਮੇਸ਼ਰ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੇ ਆ। ਆਮੀਨ। ਉਹ ਕਹਿੰਦਾ ਮੈਂ ਤੁਹਾਨੂੰ ਸਿਰ ਠਹਿਰਾਵਾਂਗਾ, ਪੁੱਛ ਨਹੀਂ। ਪਰਮੇਸ਼ਰ ਤੁਹਾਨੂੰ ਇਸ ਦੁਨੀਆ ਦਾ ਹੈਡ ਬਣਾਉਣਾ ਚਾਹੁੰਦੇ ਆ। ਹਾਲੇਲੂਇਆ। ਉਹ ਤੁਹਾਨੂੰ ਇਸ ਦੁਨੀਆ ਦਾ ਹੈਡ ਬਣਾਉਣਾ ਚਾਹੁੰਦੇ ਆ। ਉਹ ਕਹਿੰਦਾ ਤੁਸੀਂ ਦੇਣ ਵਾਲੇ ਹੋਵੋਗੇ, ਲੈਣ ਵਾਲੇ ਨਹੀਂ। ਹਾਲੇਲੂਇਆ। ਕਹਿੰਦਾ ਯਹੋਸ਼ੂਆ ਨੂੰ ਕਹਿੰਦਾ ਤੂੰ ਜਿਸ ਜਗ੍ਹਾ ਤੇ ਆਪਣਾ ਪੈਰ ਰੱਖੇਗਾ ਉਹ ਜਗ੍ਹਾ ਮੈਂ ਤੈਨੂੰ ਦੇ ਦਿਆਂਗਾ। ਹਾਲੇਲੂਇਆ। ਇਹ ਵਾਅਦੇ ਪਰਮੇਸ਼ਰ ਤੁਹਾਡੀ ਲਾਈਫ 'ਚ ਪੂਰਾ ਕਰਨਾ ਚਾਹੁੰਦੇ ਆ, ਤੁਹਾਨੂੰ ਚੈੱਕ ਕਰਕੇ ਔਰ ਤੁਹਾਨੂੰ ਟੀਚ ਕਰਕੇ। ਯਿਸੂ ਦੇ ਸਾਮਰਥੀ ਨਾਮ ਦੇ ਵਿੱਚ। ਆਮੀਨ।